श्री नानक अंगद गुरु अमरदास पगबंद। रामदास अर्जन गुरु बर श्री हरगोबिंद। हरि राय हर कृष्ण गुर बर तेग बहादुर चंद। दसवें गोबिंद सिंह गुर नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहे गुरु जी की फतेह बिघ्न विनाशन सोए। सतनाम श्री वाहिगुरु साहिब जी चौपई। जाम जामनी जागे नाथ मोहन मातुल लीनस साथ। जाम जामनी जागे नाथ। सच्चे पातशाह गरीब नवाज दीन दुनिया दे मालक चबर छत्र तखत दे मालक समरथ गुरु प्रतख गुरु दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। धन धन सच्चे पातशाह गरीब नवाज। धन धन श्री गुरु ग्रंथ साहिब जी महाराज। 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 सतगुरु जी दी महान पवित्र पावन हाजरी विखे सुभाएमान सतगुरु जी दी प्यारी साजी नवाजी संगत जी। आप जी बड़े प्यार नाल सतगुरु जी दी हजूरी विच बैठ के गुरबाणी जी दे पाठ आप जी ने सरवण कीते हन। कुछ समा आपां गुरु घर दी महान पवित्र कथा सरवण करनी है। प्यार नाल सारी संगत गज के फतेह बुलाओ जी। वाहिगुरु जी का खालसा वाहिगुरु जी की फतेह। धन धन सच्चे पातशाह गरीब नवाज सतगुरु गुरु हरगोबिंद साहिब जी का विआह होया जी। विआह होने तो बाद बरात जिहड़ी है वो वापस अमृतसर आई है। जदों बरात अमृतसर वापस पहुंची है किस तरीके दे चाह होए है वो कल दी कथा च तुसीं सुनिया जी। जदों गुरु हरगोबिंद साहिब आए है गुरु अर्जन देव जी सब तो पहला उन्होंने श्री हरमंदर साहिब विच लैके गए हैं जी। उत्थे नमस्कार कराई है अरदास बेनती की गई थाल लड्डूआं दा भरिया वरताया गया खुशियां मनाइया गईयां। लोग बहुत दूरों दूरों ये दृश्य वेखण वास्ते आए। ਉਹਦੇ ਤੋਂ ਬਾਅਦ ਮਹਾਰਾਜ ਜੀ ਆਪਣੇ ਪੁੱਤਰ ਤੇ ਨੌਂ ਨੂੰ ਲੈ ਕੇ ਗੁਰੂ ਕੇ ਮਹਿਲਾਂ ਵਿੱਚ ਗਏ ਆ ਜਿੱਥੇ ਮਾਤਾ ਗੰਗਾ ਜੀ ਪਹਿਲਾਂ ਹੀ ਖਲੋਤੇ ਇੰਤਜ਼ਾਰ ਕਰ ਰਹੇ ਆ ਜੀ। ਬੜੀ ਸੋਹਣੀ ਵਿਛਾਈ ਕੀਤੀ ਹੈ। ਮਾਤਾ ਗੰਗਾ ਜੀ ਨੂੰ ਬੜਾ ਹੀ ਚਾਅ ਚੜ੍ਹਿਆ। ਬੀਬੀਆਂ ਵਧਾਈਆਂ ਦਿੰਦੀਆਂ ਨੇ ਮਾਤਾ ਗੰਗਾ ਜੀ ਨੂੰ। ਜੋੜੀ ਸੁਭਾਗੀ ਜੋੜੀ ਜਿਹੜੀ ਹੈ ਉਹ ਘਰ ਦੇ ਵਿੱਚ ਪਹੁੰਚੀ ਹੈ ਜੀ। ਲਾਗੇ ਲਾਗੇ ਬਿਠਾਇਆ ਗਿਆ ਤੇ ਸੰਗਤ ਜੀ ਮਾਇਆ ਦੀ ਥੈਲੀ ਮਾਤਾ ਗੰਗਾ ਜੀ ਨੇ ਆਪਣੀ ਨਹੁੰ ਦੀ ਝੋਲੀ ਵਿੱਚ ਪਾ ਕੇ ਘੁੰਡ ਚੁੱਕ ਕੇ ਤੇ ਮੁਖ ਦੇਖਿਆ ਜੀ। ਉਦੋਂ ਘੁੰਡ ਕੱਢਦੇ ਹੁੰਦੇ ਸੀਗੇ ਜੀ। ਮਹਾਰਾਜ ਨੇ ਬਾਅਦ ਵਿੱਚ ਇਹ ਮਰਿਆਦਾ ਬੰਦ ਕੀਤੀ। ਮਹਾਰਾਜ ਕਹਿੰਦੇ ਸਿਰ ਕੱਢਣਾ ਘੁੰਡ ਨਹੀਂ ਕੱਢਣਾ ਜੀ। ਗੁਰੂ ਘਰ ਵਿੱਚ ਆਏ ਆ ਸਿਰ ਜਿਹੜਾ ਸਿਰ ਕੱਢਣਾ ਘੁੰਡ ਨਹੀਂ ਕੱਢਣਾ। पर वो दर्शन किए चेहरे दे बेबियां बहुत बधाइयां देन माता गंगा जी नूं कहन लगियां गंगा जी तुहाडे बड़े वड्डे भाग जगत दे मालक तुहाडा सुहाग ने। कहण लगे सुहाग भाग तुहाडा सतगुरु पुत्र तुहाडा ऐसा सोहना उहनूं वेख के कोई ऐसा नहीं होएगा जिहड़ा मोहत ना होवे जी। ते तुहाडी नौं भी वड्डियां भागां वाली सबना ने बधाइयां दित्तियां। फिर तुसीं सुनिया संगत जी लंगर प्रशादा माता गंगा जी ने तैयार करवाया जी। बड़े तरह का लंगर तैयार कराया। कल तुसीं कथा सुनी सीगी। सूखम चावर दौन प्रकारा बासमती दे दोवें प्रकार दे चौल बनाए गए जी।
ਹਾਂਜੀ, ਮਧੁਰ ਸੁਲਵਣ ਸੋ ਮੇਵਾ ਡਾਲੇ। ਲੂਣੇ ਚੌਲ ਵੀ ਬਣਾਏ ਗਏ ਤੇ ਮਿੱਠੇ ਵੀ ਬਣਾਏ ਗਏ ਜੀ। ਮਿੱਠੇ ਚੌਲਾਂ ਦੇ ਵਿੱਚ ਗਿਰੀਆਂ, ਬਦਾਮ ਛਿੱਲ ਕੇ ਪਾਏ, ਪਿਸਤਾ ਪਾਇਆ, ਸੌਗੀ ਪਾਈ, ਬਹੁਤ ਸੋਹਣਾ ਜੀ। ਪੂੜੀਆਂ ਬਣੀਆਂ, ਕਚੌਰੀਆਂ ਬਣੀਆਂ, ਵੜੇ ਪਕੌੜੇ ਪਾ ਕੇ ਦਹੀਂ ਤਿਆਰ ਕੀਤਾ ਗਿਆ, ਧਨੀਆ, ਮਿਰਚਾਂ, ਅਨੇਕ ਪ੍ਰਕਾਰ ਦੇ ਮਸਾਲੇ ਪਾਏ ਗਏ। ਸਾਰਿਆਂ ਨੂੰ ਬੜੇ ਪ੍ਰੇਮ ਨਾਲ ਮਾਤਾ ਜੀ ਨੇ ਪ੍ਰਸ਼ਾਦਾ ਛਕਾਇਆ ਜੀ, ਸੇਵਾ ਕੀਤੀ ਜੀ। ਸਿਆਣੀਆਂ ਬੀਬੀਆਂ, ਘਰਾਂ ਦੇ ਜਿਹੜੇ ਪੁਰਾਤਨ ਖਾਨਦਾਨੀ ਜਿਹੜੇ ਪਰਿਵਾਰ ਹੈ ਨਾ, ਉਹਨਾਂ ਦੇ ਵਿੱਚ ਵੇਖਿਆ ਗਿਆ ਬੀਬੀਆਂ ਨੂੰ ਲੰਗਰ ਬਣਾਉਣ ਦੀ ਬਹੁਤ ਜੁਗਤ ਮਰਿਆਦਾ ਹੁੰਦੀ ਹੈ ਜੀ। ਹਾਂਜੀ, ਲੰਗਰ ਵਧੀਆ ਛਕਾ ਕੇ ਬੰਦਾ ਸੰਗਤ ਦੀ ਖੁਸ਼ੀ ਲੈ ਲੈਂਦਾ ਹੈ ਜੀ। ਸੰਗਤ ਦੀ ਖੁਸ਼ੀ ਵਿੱਚ ਹੀ ਸਾਰਾ ਕੁਝ ਹੈਗਾ ਜੀ। ਜਿਹਦੇ ਉੱਤੇ ਸੰਗਤ ਖੁਸ਼ ਹੋ ਗਈ ਜੀ, ਸਮਝੋ ਉਹਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਹੀ ਖੁਸ਼ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਸੋ ਉੱਥੇ ਫਿਰ ਸੰਗਤ ਜੀ ਬੜਾ ਉਤਸਵ ਮਨਾਇਆ ਗਿਆ। ਰਾਤ ਨੂੰ ਗੁਰੂ ਕੇ ਮਹਿਲਾਂ ਦੇ ਵਿੱਚ ਹੋਰ ਜਿੱਥੇ ਜਿੱਥੇ ਜਿਹਨੂੰ ਜਗ੍ਹਾ ਮਿਲੀ, ਉੱਥੇ ਉਹ ਆਰਾਮ ਕਰਨ ਲੱਗ ਪਿਆ ਜੀ। ਉੱਥੇ ਉਹਨੇ ਸੁੱਖ ਲਿਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਬੜੀ ਵੱਡੀ ਗੱਲ ਇਹ ਹੈ, ਜਿੱਥੇ ਸਾਰੀ ਬਰਾਤ ਵਾਪਸ ਆਈ ਹੈ, ਉੱਥੇ ਬਰਾਤ ਵਿੱਚ ਇਹ ਵਾਧਾ ਹੋਇਆ ਹੈ, ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਵੀ ਨਾਲ ਆਏ ਨੇ ਜੀ, ਗੋਇੰਦਵਾਲ ਸਾਹਿਬ ਤੋਂ। ਜਿਹੜੇ ਬੜੇ ਵੱਡੇ ਵਿਰਕਤ ਸਾਧੂ ਨੇ ਜੀ, ਜਿਨ੍ਹਾਂ ਦਾ ਮਨ ਅੱਠੇ ਪੈਰ ਹੀ ਵਾਹਿਗੁਰੂ ਜੀ ਦੇ ਵਿੱਚ ਲੱਗਾ ਰਹਿੰਦਾ ਹੈ। ਬਾਬਾ ਮੋਹਨ ਜੀ ਦੀ ਇੱਕ ਵਾਰੀ ਸਮਾਧੀ ਲੱਗ ਜਾਵੇ ਨਾ ਜੀ, ਤੇ ਮੁੜ ਪਤਾ ਹੀ ਨਹੀਂ ਵੀ ਸਮਾਧੀ ਕਦੋਂ ਖੁੱਲਣੀ ਹੈ ਜੀ। ਤੁਸੀਂ ਕਥਾ ਸੁਣੀ ਸਾਰੀ। ਬਾਬਾ ਜੀ ਦੀ ਬੜੀ ਵੱਡੀ ਸਮਾਧੀ ਬਾਬਾ ਮੋਹਨ ਜੀ ਦੀ ਜੀ, ਪਤਾ ਹੀ ਨਹੀਂ ਮੁੜ ਕਦੋਂ ਖੁੱਲਣੀ ਹੈ। ਉਹ ਬਾਬਾ ਮੋਹਨ ਜੀ ਵੀ ਅੰਮ੍ਰਿਤਸਰ ਨਾਲ ਆਏ ਨੇ ਜੀ। ਬੜੀਆਂ ਬੜੀਆਂ ਗੁਰਮੁਖ ਰੂਹਾਂ, ਮਹਾਂਪੁਰਖ ਰੱਬ ਦੇ ਪਿਆਰੇ ਆਏ ਆ। ਹੁਣ ਆਪਾਂ ਕਥਾ ਸੰਗਤ ਦੀ ਸਰਵਣ ਕਰਨੀ ਹੈ। ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕੀਤਾ ਹੈ। ਅੱਗੋਂ ਹੁਣ ਜੋ ਪ੍ਰਸੰਗ ਹੈ, ਆਓ ਉਹਦੇ ਨਾਲ ਸੁਰਤੀਆਂ ਜੋੜੀਏ, ਚੱਲੀਏ ਗੁਰੂ ਕੇ ਮਹਿਲਾਂ ਦੇ ਵਿੱਚ, ਜਿੱਥੇ ਗੁਰੂ ਅਰਜਨ ਦੇਵ ਜੀ ਦੀਨ ਦੁਨੀਆ ਦੇ ਮਾਲਕ ਆਪ ਬੈਠੇ ਹੋਏ ਆ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਾਮ ਜਾਮਨੀ ਜਾਗੇ ਨਾਥ। ਪੈਰ ਰਾਤ ਰਹਿੰਦੇ ਆਂ, ਬੜਾ ਧਿਆਨ ਰੱਖਣਾ। ਦਿਨ ਚੜ੍ਹਨ ਵਿੱਚ 3-4 ਘੰਟੇ ਪਏ ਨੇ, ਪੈਰ ਰਾਤ ਰਹਿੰਦੇ ਆਂ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਗੇ ਹਨ ਜੀ। ਹਾਂਜੀ। ਮੋਹਨ ਮਾਤੁਲ ਲੀਨਸ ਸਾਥ। ਮਹਾਰਾਜ ਜੀ ਜਾਗ ਗਏ ਤੇ ਆਪਣੇ ਮਾਮਾ ਜੀ ਬਾਬਾ ਮੋਹਨ ਜੀ ਨੂੰ ਨਾਲ ਲਿਆ ਜੀ, ਜਿਹੜੇ ਪਹਿਲੀ ਵਾਰੀ ਅੰਮ੍ਰਿਤਸਰ ਆਏ ਨੇ ਜੀ। ਹਾਂਜੀ। ਸੋਚਾ ਚਾਰ ਕਰੇ ਬਿਦ ਸਾਰੀ। ਨਾਲ ਲੈ ਕੇ ਮਹਾਰਾਜ ਨੇ ਸਰੀਰਕ ਕਿਰਿਆ ਸੁਚਮਤਾ ਧਾਰਨ ਕੀਤੀ ਜੀ। ਹਾਂਜੀ। ਪ੍ਰਥਮ ਨਹਾਏ ਕੁੱਪ ਕੇ ਬਾਰੀ। ਤੇ ਪਹਿਲਾਂ ਨਾ ਜੀ ਉਹ ਗੁਰੂ ਕੇ ਮਹਿਲਾਂ ਦੇ ਵਿੱਚ ਜਿਹੜਾ ਖੂਹ ਹੈ ਨਾ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕੀਤਾ, ਭਾਵ ਉਹਦੇ ਜਲ ਨਾਲ ਜੀ। ਬਾਬਾ ਮੋਹਨ ਜੀ ਨੇ ਵੀ ਉਹਦੇ ਜਲ ਨਾਲ ਇਸ਼ਨਾਨ ਕੀਤਾ ਜੀ। ਹਾਂਜੀ। ਸੁਦਾ ਸਰੋਵਰ ਜਾਏ ਇਸ਼ਨਾਨੇ। ਫਿਰ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕੀਤਾ ਜੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕਰ ਰਿਹਾ ਸਾਂ, ਅੱਜ ਫਿਰ ਕਰ ਦੇਣਾ। ਸੰਗਤ ਜੀ ਐਸਾ ਨਹੀਂ ਕਰਨਾ ਵੀ ਸਿੱਧੇ ਹੀ ਕੱਪੜੇ ਲਾਏ ਤੇ ਸਰੋਵਰ ਵਿੱਚ ਵੜ ਗਏ ਜੀ। ਚਲੋ ਕਿਤੇ ਹੋ ਗਿਆ, ਨਹੀਂ ਤੇ ਇਸ਼ਨਾਨ ਦੀ ਜਿਹੜੀ ਮਰਿਆਦਾ ਹੈ ਉਹ ਇਹ ਹੈ ਕਿ ਪਹਿਲਾਂ ਸਰੀਰ ਸੁੱਚਾ ਰੱਖੋ ਜੀ। ਹਾਂਜੀ। ਸਰੋਵਰ ਬਹੁਤ ਮਹਾਨ ਹੈ, ਬੜਾ ਪਵਿੱਤਰ ਹੈ। ਆਪਣਾ ਸਰੀਰ ਦੀ ਪੂਰੀ ਸੁੱਚਤਾ ਹੋਵੇ, ਫਿਰ ਸਰੋਵਰ ਵਿੱਚ ਜਾਣਾ ਚਾਹੀਦਾ ਹੈ ਜੀ। ਫਿਰ ਸਰੋਵਰ ਵਿੱਚ ਜਾਣਾ ਚਾਹੀਦਾ ਹੈ। ਮਹਾਰਾਜ ਜੀ ਨੇ ਇਸ਼ਨਾਨ ਕੀਤਾ ਜੀ ਪਹਿਲਾਂ, ਫਿਰ ਖੂਹ ਤੋਂ ਇਸ਼ਨਾਨ ਕੀਤਾ ਜੀ, ਫਿਰ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਗਏ ਮਹਾਰਾਜ। ਹਾਂਜੀ। ਪੁਨ ਪਹੁੰਚੇ ਹਰਿਮੰਦਰ ਥਾਨੇ। ਨਾਲ ਸੱਚੇ ਪਾਤਸ਼ਾਹ ਜੀ ਦੇ ਗੁਰੂ ਜੀ ਦੇ ਮਾਮਾ ਜੀ ਨੇ ਜੀ।
ਤੇ ਫਿਰ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੇ ਸਮੇਂ, ਅਜੇ ਰਾਤ ਹੈ ਜੀ, ਦਿਨ ਨਹੀਂ ਚੜਿਆ ਜੀ, ਹਰਮੰਦਰ ਸਾਹਿਬ ਦੇ ਅੰਦਰ ਗਏ ਜੀ। ਹਾਂਜੀ। ਬੈਠਤ ਭਏ ਸੋ ਸਭਾ ਸੁਧਾਰ। ਸਿੱਖ ਸੰਗਤਾਂ ਪਹਿਲਾਂ ਹੀ ਅੰਮ੍ਰਿਤ ਵੇਲੇ ਪਹੁੰਚ ਗਈਆਂ ਜੀ ਉੱਥੇ ਜੀ। ਇੱਕ ਆਸਣ ਗੁਰੂ ਅਰਜਨ ਦੇਵ ਜੀ ਦਾ ਜੀ, ਮਹਾਰਾਜ ਉੱਥੇ ਬੈਠ ਗਏ। ਗਾਵਨ ਲੱਗੇ ਸੋ ਆਸਾ ਵਾਰ। ਆਸਾ ਜੀ ਦੀ ਵਾਰ ਦਾ ਕੀਰਤਨ ਹੋਣ ਲੱਗ ਪਿਆ ਜੀ, ਆਸਾ ਜੀ ਦੀ ਵਾਰ ਦਾ ਜੀ। ਹਾਂਜੀ। ਬ੍ਰਿਤ ਜੁਤ ਆਏ ਗਇਓ ਗੁਰਦਾਸ। ਬਾਬਾ ਬੁੱਢਾ ਜੀ ਵੀ ਆ ਗਏ ਜੀ, ਤੇ ਭਾਈ ਗੁਰਦਾਸ ਜੀ ਵੀ ਆ ਗਏ ਜੀ। ਹਾਂਜੀ। ਬੈਠੇ ਬ੍ਰਿੰਦ ਮਸੰਦੈ ਪਾਸ। ਤੇ ਹੋਰ ਕਈ ਮਸੰਦ ਜਿਹੜੇ ਆ ਉਹ ਦਰਬਾਰ ਸਾਹਿਬ ਵਿੱਚ ਬੈਠੇ ਨੇ ਜੀ। ਕੌਣ ਕੌਣ ਬੈਠਾ ਜੀ? ਗੁਰੂ ਅਰਜਨ ਦੇਵ ਜੀ, ਬਾਬਾ ਮੋਹਨ ਜੀ, ਬਾਬਾ ਬੁੱਢਾ ਸਾਹਿਬ ਜੀ ਆ ਗਏ ਆ, ਭਾਈ ਗੁਰਦਾਸ ਜੀ ਆ ਗਏ ਆ। ਹਾਂਜੀ। ਉਮਰ ਸ਼ਾਹ ਭਾਈ ਕਲਿਆਣਾ। ਭਾਈ ਉਮਰ ਸ਼ਾਹ ਜੀ, ਭਾਈ ਕਲਿਆਣਾ ਜੀ, ਇਹ ਵੀ ਗੁਰੂ ਘਰ ਦੇ ਮਸੰਦ ਮੁਖੀ ਸਿੱਖ ਨੇ ਜੀ। ਇਹ ਵੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਬੈਠੇ ਉਹ ਗੁਰਸਿੱਖ ਨੇ ਜਿਹੜੇ ਰੋਮ ਰੋਮ ਕਰਕੇ ਸਿਮਰਨ ਕਰਦੇ ਹਨ ਜੀ। ਆਖੋ ਵਾਹਿਗੁਰੂ। ਜਿਹੜੇ ਰੋਮ ਰੋਮ ਕਰਕੇ ਸ੍ਰੀ ਪਰਮੇਸ਼ਰ ਦਾ ਨਾਮ ਜਪਦੇ ਆ। ਹਾਂਜੀ। ਬਹੁ ਸਿੱਖ ਕਰਹਿ ਦਰਸ ਕੋ ਆਨਾ। ਤੇ ਫਿਰ ਬਹੁ ਸਿੱਖ ਕਰਹਿ ਦਰਸ ਕੋ ਆਨ। ਮਹਾਰਾਜ ਜੀ ਬੈਠ ਗਏ, ਸਿੱਖ ਮਕਸੰਦ ਆ ਕੇ ਬੈਠ ਗਏ, ਸੰਗਤਾਂ ਆਉਣ ਲੱਗ ਪਈਆਂ, ਗੁਰੂ ਜੀ ਦੇ ਦਰਸ਼ਨ ਕਰਨ ਲੱਗ ਪਈਆਂ ਜੀ। ਤੇ ਕੀਰਤਨ ਕਾਹਦਾ ਹੋ ਰਿਹਾ ਭਲਾ? ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਜੀ। ਹਾਂਜੀ। ਨੰਦ ਆਨੰਦ ਮੋਹਰੀ ਸੰਗ। ਤੇ ਬਾਬਾ ਮੋਹਰੀ ਜੀ ਆਏ ਨੇ ਜੀ, ਤੇ ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਆਏ ਨੇ ਜੀ। ਹਾਂਜੀ। ਸੰਸ ਰਾਮ ਜੁਤ ਹਿਰਦੇ ਉਮੰਗ। ਬਾਬਾ ਸੰਸ ਰਾਮ ਜੀ ਗੁਰੂ ਅਮਰਦਾਸ ਜੀ ਦੇ ਪੋਤਰੇ ਜੀ, ਉਹ ਵੀ ਆਏ ਨੇ ਜੀ। ਸਾਰੇ ਆ ਕੇ ਨਮਸਕਾਰ ਕਰਨ, ਜਿੱਥੇ ਅੰਦਰ ਬੈਠਣ ਦੀ ਜਗ੍ਹਾ ਮਿਲਣ ਬੈਠ ਜਾਣ ਜੀ। ਐਸੇ ਗੁਰਮੁਖਾਂ ਦੇ ਕੋਲੋਂ ਨਾ ਬੜੀ ਸਿੱਖਿਆ ਮਿਲਦੀ ਜੀ, ਬੈਠਣ ਦੀ, ਉੱਠਣ ਦੀ, ਬੋਲਣ ਦੀ, ਬੜਾ ਕੁਝ ਸਿੱਖਣ ਨੂੰ ਮਿਲਦਾ ਜੀ। ਹਾਂਜੀ। ਆਏ ਸਭਾ ਦਰਬਾਰ ਲਗਾਈ। ਸਭਾ ਲਾਈ ਜੀ, ਸਭਾ ਜੀ, ਭਾਵ ਦਰਬਾਰ ਸਾਹਿਬ ਦੇ ਅੰਦਰ ਬੜੇ ਗੁਰਸਿੱਖ ਬੈਠ ਗਏ ਆ ਕੇ। ਹਾਂਜੀ। ਹੇਰਤ ਸੁਨਤ ਸਰਬ ਹਰ ਖਾਈ। ਗੁਰੂ ਜੀ ਦੇ ਦਰਸ਼ਨ ਕਰਕੇ ਤੇ ਕੀਰਤਨ ਨੂੰ ਸੁਣ ਕੇ ਸਾਰੇ ਸਿੱਖ ਨਾ ਜੀ ਖੁਸ਼ ਹੋ ਰਹੇ ਆ ਜੀ। ਹੁਣ ਵੇਖੋ ਨਾ ਜੀ, ਤਿੰਨੋਂ ਹੀ ਗੱਲਾਂ ਬੜੀਆਂ ਵਧੀਆ ਜੀ। ਅੰਮ੍ਰਿਤ ਵੇਲਾ ਜੀ, ਕੀਰਤਨ ਹੋ ਰਿਹਾ, ਵਿੱਚ ਸ਼ਬਦ ਪੜ੍ਹਦੇ ਗੁਰੂ ਕੇ ਸਿੱਖ, ਤੇ ਗੁਰੂ ਅਰਜਨ ਦੇਵ ਜੀ ਸਾਹਮਣੇ ਬੈਠੇ ਆ, ਤੇ ਗੁਰੂ ਕੇ ਸਿੱਖਾਂ ਨੇ ਜਦੋਂ ਸ਼ਬਦ ਪੜ੍ਹਿਆ ਨਾ ਜੀ, ਸੁਣਨ ਵਾਲੇ ਸ਼ਾਂਤ ਹੋ ਗਏ ਜੀ। ਸ਼ਬਦ ਕਿਹੜਾ ਪੜ੍ਹਿਆ? ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅੰਮ੍ਰਿਤ ਵੇਲਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ। ਸਿੱਖ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਸਤਿਗੁਰੂ ਜੀ ਦੀ ਬਾਣੀ ਸੁਣ ਕੇ ਨਾ ਜੀ ਸ਼ਾਂਤ ਹੋ ਰਹੇ ਨੇ ਜੀ। ਸੰਗਤ ਦੀ ਮਨੋਰਥ ਤੇ ਇਹ ਹੈ ਗੁਰੂ ਘਰ ਆਉਣ ਦਾ ਜੀ। ਹਾਂਜੀ। ਪ੍ਰਾਤ ਹੋਤ ਕੇ ਪਾਇਓ ਭੋਗ। ਸਵੇਰ ਹੋਣ ਤੇ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ ਜੀ। ਮਰਿਆਦਾ ਵਿਗੜ ਗਈ ਹੈ, ਮੈਨੂੰ ਮਾਫ ਕਰਿਓ। ਮਰਿਆਦਾ ਇਹ ਵਿਗੜ ਗਈ ਹੈ ਵੀ ਆਸਾ ਜੀ ਦੀ ਵਾਰ ਦਾ ਜਿਹੜਾ ਭੋਗ ਹੈ ਨਾ, ਇਹ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੈ ਜਾਣਾ ਚਾਹੀਦਾ ਜੀ। ਤੇ ਹੁਣ ਸੂਰਜ ਚੜ੍ਹਿਆ ਹੁੰਦਾ ਜੀ ਜਦੋਂ ਆਸਾ ਦੀ ਵਾਰ ਸ਼ੁਰੂ ਕਰੀਦੀ ਹੈ ਜੀ। ਤੁਸੀਂ ਵੇਖ ਲਓ, ਪ੍ਰਾਤ ਹੋਤ ਕੇ ਪਾਇਓ ਭੋਗ, ਦਿਨ ਚੜ੍ਹਨ ਤੇ ਭੋਗ ਪਾ ਦਿੱਤਾ ਜੀ ਉਹਨਾਂ ਨੇ। ਹਾਂਜੀ।
ਸਿਰ ਨਿਵਾਏ ਤਬ ਸਭ ਹੂੰ ਲੋਗ। ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਸਾਰੀ ਸੰਗਤ ਨੇ ਸਿਰ ਨਿਵਾਇਆ ਜੀ। ਚੇਤਾ ਰੱਖਿਓ, ਇਹ ਗੱਲ ਨੂੰ ਨੋਟ ਕਰ ਲਓ। ਜਦੋਂ ਸ਼ਬਦ ਸੁਣ ਰਹੇ ਹੋਵੋ, ਹਾਂਜੀ, ਤੇ ਸ਼ਬਦ ਦਾ ਭੋਗ ਪਵੇ, ਹੁਕਮਨਾਮਾ ਸਾਹਿਬ ਜੀ ਦਾ ਭੋਗ ਪਵੇ, ਤੇ ਸਿਰ ਨਵਾ ਕੇ ਮੱਥਾ ਟੇਕਣਾ ਹੈ ਜੀ। ਰਹਿਤਨਾਮਿਆਂ ਦੇ ਬੋਲ ਸੁਣ ਲਓ। ਸ਼ਬਦ ਭੋਗ ਨਿਵਾਵਹਿ ਨਹਿ ਸੀਸ, ਤਾਂ ਕੋ ਮਿਲੇ ਨਾ ਕਬਹੂ ਜਗਦੀਸ਼। ਬਾਣੀ ਦੇ ਸ਼ਬਦ ਦੇ ਭੋਗ ਤੇ ਜਿਹੜਾ ਸਿਰ ਨਹੀਂ ਨਾ ਨਿਵਾਉਂਦਾ, ਉਹਨੂੰ ਫਿਰ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਸੰਗਤ ਜੀ। ਬਾਣੀ ਦਾ ਸਤਿਕਾਰ ਹੈ, ਗੱਜ ਕੇ ਆਖੋ ਵਾਹਿਗੁਰੂ। ਸੋ ਸਿਰ ਨਿਵਾਏ ਤਬ ਸਭ ਹੂੰ ਲੋਗ, ਸਾਰਿਆਂ ਨੇ ਸਿਰ ਨਿਵਾਇਆ। ਸ਼੍ਰੀ ਗੁਰ ਗ੍ਰੰਥ ਸਾਹਿਬ ਜਬ ਆਇਵ। ਬਾਬਾ ਬੁੱਢਾ ਸਾਹਿਬ ਜੀ ਆਪਣੇ ਸੀਸ ਤੇ ਸਜਾ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਏ ਜੀ। ਹਾਂਜੀ, ਸਗਰੇ ਉਠ ਸਨਮਾਨ ਬਧਾਇਵ। ਜਦੋਂ ਬਾਬਾ ਜੀ ਸਰੂਪ ਲੈ ਕੇ ਆਏ ਹਨ ਤੇ ਸਾਰੇ ਉੱਠ ਕੇ ਖਲੋ ਗਏ ਜੀ। ਖੁਦ ਗੁਰੂ ਅਰਜਨ ਦੇਵ ਜੀ ਉੱਠ ਕੇ ਖਲੋ ਗਏ ਜੀ। ਹਾਂਜੀ, ਸ਼੍ਰੀ ਮੰਜੀ ਪਰ ਖੋਲਨ ਕੀਨ। ਤੇ ਆਸਣ ਵਿੱਚ ਘਾਰ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ, ਮੰਜੀ ਲਾਈ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਉਹਦੇ ਤੇ ਪ੍ਰਕਾਸ਼ ਕੀਤਾ ਜੀ। ਹਾਂਜੀ, ਪਠਨ ਹੇਤ ਗੁਰ ਆਇਸ ਦੀਨ। ਮਹਾਰਾਜ ਜੀ ਨੇ ਹੁਕਮ ਆਗਿਆ ਕੀਤੀ, ਬਾਬਾ ਜੀ ਬਾਣੀ ਸੁਣਾਓ ਕਹਿਣ ਲੱਗੇ। ਹਾਂਜੀ, ਬ੍ਰਿਧ ਨੇ ਤਬ ਬਾਂਚੀ ਗੁਰਬਾਨੀ। ਉਸ ਸਮੇਂ ਫਿਰ ਬਾਬਾ ਬੁੱਢਾ ਜੀ ਨੇ ਆਏ ਹੋਏ ਮੁੱਖ ਵਾਕ ਨੂੰ ਵਾਚਿਆ ਜੀ ਪਹਿਲਾਂ। ਹਾਂਜੀ, ਜਿਸ ਮਹਿ ਹੰਤਾ ਮਮਤਾ ਹਾਨੀ। ਜਿਸ ਵਿੱਚ ਹਉਮੈ, ਹੰਕਾਰ ਤੇ ਮੋਹ, ਇਹ ਚੀਜ਼ ਦਾ ਨਾਸ ਹੈ, ਉਹ ਹੁਕਮਨਾਮਾ ਪੜ੍ਹ ਕੇ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਸੁਣਾਇਆ ਜੀ। ਉਸ ਦਿਨ ਹੁਕਮਨਾਮਾ ਕਿਹੜਾ ਆਇਆ ਜੀ, ਉਹ ਸੁਣੋ ਜੀ। ਹਾਂਜੀ, ਰਾਗ ਵਡਹੰਸ ਮਹੱਲਾ ਪੰਜਵਾ। ਛੰਤ ਤਿਨ ਘੋਲ ਘੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ RAM। ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ RAM। ਸੇ ਸਹਿਜ ਸੁਹੇਲੇ, ਗੁਣ ਹੈ ਅਮੋਲੇ, ਜਗਤ ਉਦਾਹਰਣ ਆਏ। ਭੈ ਬੋਹਿਥ ਸਾਗਰ ਪ੍ਰਭ ਚਰਣਾ, ਕੇਤੇ ਪਾਰ ਲਗਾਏ। ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਕਹੋ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ। ਵਾਹਿਗੁਰੂ। ਸਾਰਿਆਂ ਨੇ ਇਸ ਤਰ੍ਹਾਂ ਕਹਿ ਕੇ ਨਾ ਜੀ ਸਿਰ ਨਿਵਾਇਆ ਜੀ। ਬਾਬਾ ਬੁੱਢਾ ਜੀ ਨੇ ਮੁੱਖ ਵਾਕ ਪੜਿਆ ਜੀ, ਕਿਹੜਾ ਜੀ? ਤਿਨ ਘੋਲ ਘੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ RAM। ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ RAM। ਹਾਂਜੀ, ਚੌਪਈ ਪਰਮੇਸ਼ਰ ਕੋ ਸੁਜਸ ਮਹਾਨਾ। ਇਸ ਸ਼ਬਦ ਵਿੱਚ ਨਾ ਜੀ ਵਾਹਿਗੁਰੂ ਜੀ ਦਾ ਜਸ ਹੈਗਾ ਹੈ ਜੀ, ਰੱਬ ਦੀ ਸਿਫਤ ਹੈਗੀ ਹੈ ਜੀ। ਹਾਂਜੀ, ਕਹਿ ਸੰਤਨ ਕੋ ਕੀਨ ਬਖਾਨਾ। ਹਾਂਜੀ, ਹੋਰ ਸੰਤਾਂ ਦਾ ਜਸ ਲਿਖਿਆ ਜੀ, ਰੱਬ ਦਾ ਜਸ ਤੇ ਸੰਤਾਂ ਦਾ ਜਸ ਲਿਖਿਆ ਇਸ ਸ਼ਬਦ ਵਿੱਚ ਜੀ। ਹਾਂਜੀ, ਅਧਿਕ ਨਮਰਤਾ ਤਜਿਨ ਹੰਕਾਰ। ਜਿਸ ਵਿੱਚ ਬਹੁਤੀ ਨਿਮਰਤਾ ਵਾਲੇ ਬਚਨ ਨੇ, ਬਹੁਤੀ ਨਿਮਰਤਾ ਵਾਲੇ ਜੀ, ਹੰਕਾਰ ਛੱਡਣ ਵਾਲੇ ਬਚਨ ਹੈਗੇ ਜੀ। ਹੁਣ ਵੇਖੋ ਨਾ ਜੀ, ਪਹਿਲੀ ਪੰਕਤੀ ਵਿੱਚ ਨਿਮਰਤਾ ਹੈ। ਤਿਨ ਘੋਲ ਘੁਮਾਈ, ਜਿਨ ਪ੍ਰਭ ਸੁਣੀ, ਜਿਨ ਪ੍ਰਭ ਸ਼ਰਵਣੀ ਸੁਣਿਆ RAM। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਜੀ। ਘੋਲ ਘੁਮਾਈ ਦਾ ਮਤਲਬ ਹੁੰਦਾ ਬਲਿਹਾਰ ਜਾਣਾ। ਕੱਜ ਕੇ ਆਖੋ ਵਾਹਿਗੁਰੂ। ਘੋਲ ਘੁਮਾਈ ਦਾ ਅਰਥ ਕੀ ਹੈ? ਬਲਿਹਾਰ ਜਾਣਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਵਾਹਿਗੁਰੂ ਦਾ ਜਸ ਸੁਣਦੇ ਨਾ ਸੰਤ ਲੋਕ ਆਪਣੇ ਕੰਨਾਂ ਨਾਲ,
ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹੁਣ ਹੰਕਾਰ ਵਾਲਾ ਬੰਦਾ ਤੇ ਬਲਿਹਾਰ ਨਹੀਂ ਜਾ ਸਕਦਾ ਜੀ, ਨਿਮਰਤਾ ਵਾਲਾ ਹੀ ਜਾਏਗਾ ਨਾ ਜੀ, ਉਹਨਾਂ ਦੀ ਸੇਵਾ ਕਰੇਗਾ ਜੀ। ਸੋ ਇਸ ਸ਼ਬਦ ਵਿੱਚ ਨਿਮਰਤਾ ਹੈ, ਪ੍ਰੇਮ ਹੈ। ਹਾਂਜੀ, ਸਤਨਾਮ ਸਿਮਰਨ ਸੁਖ ਸਾਰ। ਨਾਲੇ ਦੱਸਿਆ ਮਹਾਰਾਜ ਨੇ ਇਸ ਸ਼ਬਦ ਵਿੱਚ ਕਿ ਸਭ ਸੁੱਖਾਂ ਦਾ ਸਾਰ, ਸਾਰੇ ਸੁੱਖਾਂ ਨੂੰ ਦੇਣ ਵਾਲਾ ਵਾਹਿਗੁਰੂ ਜੀ ਦਾ ਸਿਮਰਨ ਹੀ ਹੈ। ਹਾਂਜੀ, ਕਾਮ ਕ੍ਰੋਧ ਆਦਿਕ ਕੋ ਤਿਆਗਨ। ਕਾਮ ਕ੍ਰੋਧ ਨੂੰ ਤਿਆਗਣ ਬਾਰੇ ਮਹਾਰਾਜ ਨੇ ਬਚਨ ਕੀਤੇ ਇਹਦੇ ਵਿੱਚ। ਹਾਂਜੀ, ਸ਼੍ਰੀ ਭਗਵੰਤ ਭਗਤ ਕੋ ਲਾਗਨ। ਤੇ ਰੱਬ ਦੇ ਨਾਮ ਦੇ ਨਾਲ ਲਿਵ ਜੁੜ ਜੇ ਜੀ ਸਾਡੀ ਜੀ, ਇਹ ਉਪਦੇਸ਼ ਮਹਾਰਾਜ ਨੇ ਦਿੱਤਾ ਜੀ। ਹਾਂਜੀ, ਬਹੁ ਬੈਰਾਗ ਜਗਤ ਤੇ ਕਰਬੋ। ਸੰਤਨ ਸੇਵਨ ਸ਼ਰਦਾ ਧਰਬੋ। ਫਿਰ ਬੈਰਾਗ ਧਾਰਨ ਕਰਨਾ, ਸੰਤਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨੀ, ਇਹ ਮਹਾਰਾਜ ਦੇ ਹੁਕਮਨਾਮੇ ਦੇ ਵਿੱਚ ਸੰਗਤ ਜੀ ਬਚਨ ਆਏ ਨੇ ਜੀ। ਹਾਂਜੀ, ਜਿਸ ਤੇ ਉਦਰ ਹੈ ਜੀਵਨ ਜਾਲ। ਇਹ ਗੱਲਾਂ ਕਰ ਕਰਕੇ ਨਾ ਜੀ ਜੀਵਨ ਦਾ ਉਧਾਰ ਹੋ ਜਾਂਦਾ ਜੀ। ਪਰ ਸੱਚੀ ਗੱਲ 'ਚ ਇਮਾਨਦਾਰੀ ਨਾਲ ਸੋਚ ਲਈਏ ਹੁਣ ਜੀ, ਨਿਮਰਤਾ ਰੱਖਣੀ ਬੜੀ ਔਖੀ ਹੈ। ਗੱਜ ਕੇ ਆਖੋ, ਕਿਤੋਂ ਨਾ ਕਿਤੋਂ ਹਉਮੈ ਵਾੜੀ ਆਉਂਦੀ ਬੰਦੇ ਦੇ ਅੰਦਰ ਜੀ। ਅੱਗ ਭੁੱਲਾ ਹੋਇਆ ਬੰਦਾ ਹਉਮੈ ਵਿੱਚ ਬੋਲਦਾ ਜੀ। ਹਾਂਜੀ, ਹਉਮੈ ਵਿੱਚ ਬੋਲਦਾ ਤੇ ਇਹਦਾ ਨਾਸ ਕਰਨਾ ਹੈ ਜੀ। ਤੇ ਨਾਮ ਦੇ ਨਾਲ ਲਿਵ ਜੋੜਨੀ ਹੈ ਜੀ। ਇਹ ਸਾਰੀਆਂ ਗੱਲਾਂ ਹੁਕਮਨਾਮੇ ਵਿੱਚ ਆਈਆਂ ਜੀ। ਹਾਂਜੀ, ਅਸ ਜਹਾਜ ਕੀ ਨਸ ਕਲ ਕਾਲ। ਹਾਂਜੀ, ਇਸ ਕੰਮ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ, ਜਹਾਜ਼ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜੀ। ਜਿੰਨੀ ਮਰਜ਼ੀ ਬਾਣੀ ਪੜ੍ਹੋ, ਸੁਣੋ, ਸਮਝੋ। ਹਾਂਜੀ, ਸੁਨ ਮੋਹਨ ਦਾਤੂ ਤਬ ਸ਼ਰੋਨ। ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਮੋਹਨ ਜੀ ਨੇ ਬਾਣੀ ਸੁਣੀ ਜੀ, ਬਾਬਾ ਬੁੱਢਾ ਜੀ ਦੇ ਮੁਖ ਤੋਂ ਜੀ। ਹਾਂਜੀ, ਤੇ ਬਾਬਾ ਦਾਤੂ ਜੀ ਨੇ ਵੀ ਸੁਣੀ ਜੀ। ਹੁਣ ਬਾਬਾ ਜੀ ਦੀ ਰਸਨਾ 'ਚ ਰਸ ਬੜਾ ਹੈ ਜੀ। ਹਾਂਜੀ, ਭਰੇ ਹਰਖ ਕੁਛ ਠਾਨੀ ਮੌਨ। ਜਦੋਂ ਬਾਬਾ ਜੀ, ਬਾਬਾ ਬੁੱਢਾ ਜੀ ਨੇ ਮੁਖ ਵਾਕ ਲਿਆ ਨਾ ਜੀ, ਤੇ ਬਾਬਾ ਮੋਹਨ ਜੀ ਤੇ ਬਾਬਾ ਦਾਤੂ ਜੀ ਨੇ ਸੁਣਿਆ ਤੇ ਖੁਸ਼ੀ ਨਾਲ ਭਰ ਗਏ ਤੇ ਚੁੱਪ ਹੋ ਗਏ ਜੀ। ਕਥਾ ਕੀਰਤਨ ਤੇ ਉਹੀ ਹੈ ਜਿਹਨੂੰ ਸੁਣ ਕੇ ਬੋਲਣ ਦਾ ਜੀ ਨਾ ਕਰੇ ਜੀ, ਭਾਵ ਸਿਮਰਨ ਕਰਨ ਦਾ ਜੀ ਕਰੇ ਜੀ। ਹਾਂਜੀ, ਬਹੁਰ ਸਰਾਹਨ ਲਗੇ ਬਿਸਾਲਾ। ਕੁਝ ਸਮਾਂ ਸ਼ਾਂਤ ਰਹਿ ਕੇ ਨਾ ਜੀ, ਫਿਰ ਬਾਬਾ ਮੋਹਨ ਜੀ ਸਿਫਤ ਕਰਨ ਲੱਗੇ ਜੀ, ਤਾਰੀਫ ਕਰਨ ਲੱਗੇ ਬਾਣੀ ਦੀ ਜੀ। ਹਾਂਜੀ, ਸੋਢੀ ਪੰਥ ਸੁਕੀਨ ਉਜਾਲਾ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਸੋਢੀ ਪੰਥ ਨੂੰ ਲਿਸ਼ਕਾ ਦਿੱਤਾ ਦੁਨੀਆ ਵਿੱਚ, ਕਹਿਣ ਲੱਗੇ। ਹਾਂਜੀ, ਦੋਨੋਂ ਕਰੇ ਮਹਾ ਉਪਕਾਰੇ। ਦੋ ਵੱਡੇ ਉਪਕਾਰ ਇਸ ਜਗਤ ਵਿੱਚ ਤੁਸੀਂ ਪੱਕੇ ਹੀ ਕਰ ਦਿੱਤੇ ਨੇ, ਦੋ ਵੱਡੇ ਉਪਕਾਰ ਜੀ। ਹਾਂਜੀ, ਜਿਸ ਤੇ ਕਲ ਮਹਿਮੰਦ ਉਧਾਰੇ। ਜਿਹਦੇ ਨਾਲ ਕਲਯੁਗੀ ਜੀਵਾਂ ਨੂੰ ਬੜਾ ਆਸਰਾ ਮਿਲਣਾ ਤੇ ਉਧਾਰ ਹੋਣਾ। ਉਹ ਦੋ ਵੱਡੇ ਕਿਹੜੇ ਵੱਡੇ ਉਪਕਾਰ ਨੇ? ਇੱਕ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ ਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣਾਏ ਜੀ। ਦੋਵੇਂ ਹੀ ਕੰਮ ਚੋਟੀ ਦੇ ਜੀ, ਦੋਵਾਂ ਤੋਂ ਵੱਡਾ ਕੰਮ ਹੋਰ ਕੋਈ ਨਹੀਂ ਹੈਗਾ ਜੀ। ਵੇਖ ਲਓ, ਕਲਯੁਗ ਇਸ ਸਮੇਂ ਜ਼ੋਰਾਂ ਤੇ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਂਦਿਆਂ ਹੀ, ਪਰਿਕਰਮਾ 'ਚ ਪੈਰ ਰੱਖਦਿਆਂ ਹੀ ਤਨ ਮਨ ਠੰਡਾ ਹੋ ਜਾਂਦਾ ਬੰਦੇ ਦਾ ਜੀ। ਕਿੰਨਾ ਉੱਥੇ ਬਾਣੀ ਦਾ ਅਸਰ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਿਆਂ ਹੀ ਬੰਦੇ ਦਾ ਮਨ ਠਾਰ ਹੋ ਜਾਂਦਾ ਜੀ। ਬਾਬਾ ਮੋਹਨ ਜੀ ਕਹਿੰਦੇ ਜੀ ਤੁਸੀਂ ਤੇ ਸੋਢੀਆਂ ਦੀ ਕੁੱਲ ਨੂੰ ਹੀ ਲਿਸ਼ਕਾ ਦਿੱਤਾ, ਇੰਨਾ ਵੱਡਾ ਕਾਰਜ ਕੀਤਾ, ਦੋ ਵੱਡੇ ਕਾਰਜ ਤੁਸੀਂ ਕੀਤੇ, ਕਹਿਣ ਲੱਗੇ। ਹਾਂਜੀ, ਧਨ ਬੈਠਬੋ ਗੁਰਤਾ ਗਾਦੀ। ਤੁਹਾਡਾ ਗੁਰਤਾ ਗੱਦੀ ਤੇ ਬੈਠਣਾ ਹੀ ਧਨ ਹੋ ਗਿਆ, ਕਹਿਣ ਲੱਗੇ। ਏਡੇ ਮਹਾਨ ਕਾਰਜ ਕੀਤੇ ਜੀ। ਸੰਗਤ ਜੀ,
ਰਹਿੰਦੀ ਦੁਨੀਆ ਤੱਕ ਲੁਕਾਈ ਆਪਾਂ ਸਾਰੇ ਗੁਰੂ ਅਰਜਨ ਦੇਵ ਜੀ ਦੇ ਇਹਨਾਂ ਦੋ ਗੁਣਾਂ ਦੀ ਅਸੀਂ ਕਹੀਏ ਕੀਮਤ ਦੇ ਸਕਦੇ ਨਹੀਂ ਦੇ ਸਕਦੇ ਜੀ। ਅੱਜ ਜਿਨ੍ਹਾਂ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ, ਹੱਥ ਜੋੜੀਏ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਿਤੇ ਇਹਨਾਂ ਦਾ ਮੁੱਲ ਦਿੱਤਾ ਜਾ ਸਕਦਾ ਜੀ? ਨਹੀਂ ਸੰਗਤ ਜੀ, ਇਹ ਤੇ ਪ੍ਰਤੱਖ ਨੇ, ਰੱਬ ਨੇ, ਪਰਮੇਸ਼ਰ ਨੇ ਜੀ। ਹਾਂਜੀ, ਕੋਈ ਮੇਰੇ ਮਨ 'ਚ ਸਵਾਲ ਸੀਗਾ ਜੀ। ਪ੍ਰਕਾਸ਼ ਕਰਨ ਤੋਂ ਪਹਿਲਾਂ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ। ਮੈਂ ਇਹਨਾਂ ਦੀ ਹਾਜ਼ਰੀ 'ਚ ਬਹਿ ਕੇ ਬਿਲਕੁਲ ਸੱਚ ਕਵਾਂਗਾ ਜੀ, ਜੋ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਜੀ। ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਇਹ ਗੱਲ ਹੈ ਤੇ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਹੁਕਮਨਾਮੇ ਵਿੱਚ ਨਾ ਸਮੱਤ ਬਖਸ਼ੋ ਵੀ ਮੇਰਾ ਕੀ ਬਣੇਗਾ। ਮਹਾਰਾਜ ਜੀ ਦਾ ਸਰੂਪ ਲੈ ਕੇ ਤੇ ਅਸੀਂ ਉਸ ਨੁੱਕਰ ਦੇ ਕੋਲੋਂ ਜਦੋਂ ਐਨੂੰ ਥੜਾ ਸਾਹਿਬ ਨੂੰ ਆਉਣ ਲੱਗੇ ਨਾ ਜੀ, ਤੇ ਮਹਾਰਾਜ ਜੀ ਦਾ ਸਰੂਪ ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੇ ਸੀਸ ਤੇ ਮੈਂ ਗੁਰੂ ਸਾਹਿਬ ਨੂੰ ਨਾ ਮਨ ਹੀ ਮਨ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਕਿਤੇ ਇਸ ਸ਼ਬਦ ਦਾ ਤੁਸੀਂ ਮੈਨੂੰ ਅੱਜ ਹੁਕਮਨਾਮਾ ਦੇ ਦਿਓ ਤੇ ਮੈਂ ਸਮਝਾਂਗਾ ਵੀ ਮੈਂ ਬਰੀ ਹਾਂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਜੀ। ਮੁੱਖ ਵਾਕ ਦੀ ਲੈਣ ਦੀ ਡਿਊਟੀ ਦੱਸਦੀ ਸੀਗੀ। ਜਦੋਂ ਮੈਂ ਮੁੱਖ ਵਾਕ ਲਿਆ, ਮਨ ਖੁਸ਼ੀ ਤੇ ਬੈਰਾਗ ਦੋਵਾਂ ਨਾਲ ਹੀ ਭਰ ਗਿਆ। ਉਹੋ ਹੀ ਸ਼ਬਦ ਮਹਾਰਾਜ ਨੇ ਅੱਗੇ ਕੱਢਿਆ ਹੋਇਆ ਜੀ, ਉਹੋ ਹੀ ਸ਼ਬਦ ਜੀ। ਹਾਂਜੀ, ਰਹਿੰਦੀ ਦੁਨੀਆ ਤੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸੀਂ ਸੰਗਤ ਜੀ ਕਹੀਏ ਵੀ ਕੀਮਤ ਪਾ ਲਾਂਗੇ ਨਹੀਂ, ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਗਏ ਜੀ ਮਹਾਰਾਜ। ਹਾਂਜੀ, ਜਿਸ ਤੇ ਹੋਏ ਅਨੇਕ ਅਹਲਾਦੀ। ਤੁਹਾਨੂੰ ਮੈਂ ਸ਼ਬਦ ਦੱਸ ਦੇਣਾ ਜਿਹੜਾ ਮਹਾਰਾਜ ਨੇ ਦਿੱਤਾ ਸੀਗਾ ਜੀ। ਬਿਲਾਵਲ ਮਹੱਲਾ ਪੰਜਵਾਂ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਓ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਨਾਮ ਜੀਵਾ, ਚਰਨ ਕਮਲ ਰਖ ਮਨ ਮਾਹੀ, ਤਾਂ ਕਿ ਸਰਨ ਪਰਿਓ ਨਾਨਕ ਦਾਸ, ਜਾਂ ਤੇ ਉਪਰ ਕੋ ਨਾਹੀ। ਹੁਣ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਤੇ ਬਣਾਓ, ਬੜੇ ਵੱਡੇ ਨੇ ਜੀ, ਬੜੇ ਵੱਡੇ ਨੇ ਜੀ। 2 ਕੁ ਦਿਨ ਬਾਅਦ ਫਿਰ ਕੋਈ ਗੱਲ ਹੋਈ ਜੀ, ਤੇ ਮੈਂ ਦਾਸ ਨੇ ਨਾ ਜੀ ਰਹਿਰਾਸ ਸਾਹਿਬ ਜੀ ਦਾ ਹੁਕਮਨਾਮਾ ਲੈਣਾ ਸੀਗਾ, ਤੇ ਅੰਗ ਪਰਤਣੇ ਸਨ ਮਹਾਰਾਜ ਦੇ ਜੀ। ਫਿਰ ਸਤਿਗੁਰੂ ਨੂੰ ਬੇਨਤੀ ਕੀਤੀ ਵੀ ਮਹਾਰਾਜ ਅੱਜ ਕਿਰਪਾ ਕਰ ਦਿਓ, ਕੋਈ ਬਖਸ਼ਿਸ਼ ਕਰ ਦਿਓ, ਹੋਣੀ ਫਿਰ ਸਮੱਤ ਦੇ ਦਿਓ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਸੀਗਾ ਜੀ, ਉਸ ਦਿਨ ਦੀ ਗੱਲ ਹੈ। ਮਹਾਰਾਜ ਅੱਜ ਫਿਰ ਸਮੱਤ ਦਿਓ। ਗੁਰੂ ਸਾਹਿਬ ਨੇ ਫਿਰ ਉਹ ਬਚਨ ਹੀ ਭੇਜ ਦਿੱਤਾ ਜੀ, ਗੁਰਪੂਰੈ ਮੇਰੀ ਰਾਖ ਲਈ ਜੀ। ਮਨ ਗਦਗਦ ਹੋ ਗਿਆ ਜੀ, ਕਮਾਲ ਦੀ ਗੱਲ ਜੀ। ਭਾਵਨਾ ਬਣਾਈਏ, ਗੁਰੂ ਗ੍ਰੰਥ ਸਾਹਿਬ ਜੀ ਬੜੇ ਵੱਡੇ ਨੇ, ਬੜੇ ਵੱਡੇ ਆ, ਤੇ ਬੋਲ ਕੇ ਜਵਾਬ ਵੀ ਦੇ ਦਿੰਦੇ ਬੰਦੇ ਨੂੰ ਜੀ। ਸੋ ਸੰਗਤ ਜੀ, ਧਨ ਬੈਠਬੋ ਗੁਰਤਾ ਗਾਦੀ, ਜਿਸ ਤੇ ਹੋਏ ਅਨੇਕ ਅਹਲਾਦੀ। ਬਾਬਾ ਮੋਹਨ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਤੁਹਾਡਾ ਗੁਰਤਾ ਗੱਦੀ ਤੇ ਬੈਠਣਾ ਧਨ ਹੈ, ਇੰਨੀ ਵੱਡੀ ਖੁਸ਼ੀ ਜਗਤ ਨੂੰ ਦੇ ਦਿੱਤੀ ਤੁਸੀਂ। ਹਾਂਜੀ, ਸਰਬ ਗੁਰਨ ਕੋ ਸੁਜਸ ਪ੍ਰਕਾਸ਼ਾ। ਸਾਰੇ ਗੁਰੂਆਂ ਦਾ ਸੁਜਸ ਪੱਕੇ ਤੌਰ ਤੇ ਹੀ ਫੈਲ ਗਿਆ। ਕਹਿਣ ਲੱਗੇ ਸਾਰਿਆਂ ਦਾ ਹੀ ਆ, ਸਾਰਿਆਂ ਦੀ ਬਾਣੀ ਵਿੱਚ ਦਰਜ ਹੈ। ਹਾਂਜੀ, ਵਿਸਥਾਰਿਓ ਸਭ ਮੈਂ ਚਾਹੋ ਪਾਸਾ। ਤੁਸੀਂ ਤਾਂ ਚਾਰੇ ਪਾਸੇ ਹੀ ਵੱਡੇ ਗੁਰੂਆਂ ਦਾ ਵੀ ਜਸ ਜਿਹੜਾ ਉਹ ਫੈਲਾ ਦਿੱਤਾ, ਇੰਨਾ ਮਹਾਨ ਕਾਰਜ ਕੀਤਾ। ਗੁਰਬਾਣੀ ਇਕੱਠੀ ਦਰਸਾਵੈ। ਗੁਰਬਾਣੀ ਇਕੱਠੀ ਦਰਸਾਵੈ ਕੀ? ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੁਹਾਡੇ ਤੱਕ ਸਾਰੀ ਬਾਣੀ ਦੇ ਇਕੱਠਿਆਂ ਦੇ ਹੀ ਦਰਸ਼ਨ ਹੋ ਸਕਦੇ। ਕਹਿਣ ਲੱਗੇ ਹਾਂਜੀ, ਪਠਹਿ ਲਿਖਹਿ ਸਿੱਖ ਸੁਨੈ ਸੁਨਾਵੈ। ਸਿੱਖ ਪੜ੍ਹਿਆ ਕਰਨਗੇ, ਲਿਖਿਆ ਕਰਨਗੇ, ਸੁਣਾਇਆ ਕਰਨਗੇ, ਸੁਣਿਆ ਕਰਨਗੇ। ਰਹਿੰਦੀ ਦੁਨੀਆ ਤੱਕ ਇਹ ਕਾਰਜ ਚੱਲਣਾ। ਸੰਗਤ ਜੀ ਕੱਲਾ ਸਿੱਖਾਂ ਵਾਸਤੇ ਨਹੀਂ,
ਮੇਰੇ ਵਰਗੇ ਭੇਖ ਧਾਰੀ ਤੇ ਪਖੰਡੀਆਂ ਵਾਸਤੇ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਜੀ। ਹਾਂਜੀ, ਬਾਣੀ ਪੜ੍ਹ ਕੇ ਪੈਸੇ ਲੈਨੇ ਅਸੀਂ ਲੋਕਾਂ ਕੋਲੋਂ ਜੀ। ਜੇ ਇਹ ਨਾ ਹੁੰਦੇ ਤੇ ਸਾਨੂੰ ਕਿਹਨੇ ਪੁੱਛਣਾ ਹੈਗਾ ਜੀ। ਹਾਂਜੀ, ਅਵਨੀ ਮੰਡਲ ਗਿਰ ਲਗ ਸਾਗਰ, ਹਾਂਜੀ। ਪੁਰ ਪੁਰ ਘਰ ਘਰ ਹੋਏ ਉਜਾਗਰ। ਬਾਬਾ ਮੋਹਣ ਜੀ ਦਰਬਾਰ ਸਾਹਿਬ ਵਿੱਚ ਬੈਠ ਕੇ ਪਤਾ ਕੀ ਕਹਿਣ ਲੱਗੇ? ਕਹਿੰਦੇ ਮਹਾਰਾਜ ਤੁਸੀਂ ਤੇ ਆਪ ਰੱਬ ਹੋ, ਪਰਮੇਸ਼ਰ ਹੋ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਮਹਾਰਾਜ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਪਹਾੜਾਂ ਤੋਂ ਲੈ ਕੇ ਸਮੁੰਦਰ ਤੱਕ ਇੱਕ ਦਿਨ ਸਾਰੇ ਸੰਸਾਰ ਵਿੱਚ ਗੁਰੂ ਦੀ ਬਾਣੀ ਗੂੰਜੇਗੀ। ਕਹਿਣ ਲੱਗੇ ਦੱਸੋ ਇਹ ਬਚਨ ਸੱਚਾ ਕਿ ਝੂਠਾ ਜੀ? ਬੋਲ ਕੇ ਦੱਸੋ। ਬਿਲਕੁਲ ਹੀ ਸੱਚਾ ਜੀ। ਕਿੰਨੇ ਦੇਸ਼ ਤੇ ਸਭ ਦੇਸ਼ਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ। ਕਿਸੇ ਵੀ ਦੇਸ਼ 'ਚ ਚਲ ਜਾਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਨੇ ਜੀ। ਹਾਂਜੀ, ਹਰ ਮੰਦਰ ਤੀਰਥ ਗੁਰ ਕੇਰੋ। ਫਿਰ ਕਹਿਣ ਲੱਗੇ ਦੂਸਰਾ ਮਹਾਨ ਪਰਉਪਕਾਰ, ਇਸ ਦੁਨੀਆ ਨੂੰ ਬਹੁਤਾ ਹੀ ਵੱਡਾ ਤੀਰਥ ਤੁਸੀਂ ਦਿੱਤਾ ਹਰਿਮੰਦਰ ਸਾਹਿਬ। ਹਾਂਜੀ, ਇਨ ਪ੍ਰਤਾਪ ਨਿਤ ਵਧੇ ਵਧੇਰੋ। ਇਹਨਾਂ ਦਾ ਪ੍ਰਤਾਪ ਵੀ ਦਿਨੋਂ ਦਿਨ ਵਧਣਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਤੇ ਦਰਬਾਰ ਸਾਹਿਬ ਦਾ ਵੀ। ਮੈਂ ਇੱਕ ਗੁਰਮੁਖ ਦੇ ਬਚਨ ਸੁਣ ਰਿਹਾ ਸਾਂ, ਉਹ ਕਹਿੰਦੇ ਇੱਕ ਦਿਨ ਐਸਾ ਆ ਜਾਣਾ ਦੁਨੀਆ ਤੇ ਟਿਕਟ ਲੱਗਿਆ ਕਰੇਗੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਆਉਣ ਵਾਸਤੇ ਜੀ। ਇਹੋ ਜਿਹਾ ਵੀ ਦਿਨ ਆ ਜਾਣਾ। ਕਿਉਂ? ਦੁਨੀਆ ਦੇ ਦੁੱਖ ਸਾਰੇ ਟੁੱਟਣੇ ਹੀ ਹਰਿਮੰਦਰ ਸਾਹਿਬ ਆ ਕੇ ਆ। ਡਾਕਟਰਾਂ ਕੋਲੋਂ ਰੋਗਾਂ ਦਾ ਨਾਸ ਹੀ ਨਹੀਂ ਹੋਣਾ ਜੀ। ਸਭ ਰੋਗ ਹਰਿਮੰਦਰ ਸਾਹਿਬ ਹੀ ਆ ਕੇ ਮੁੱਕਿਆ ਕਰਨੇ। ਵੇਖ ਲਿਓ ਤੁਸੀਂ। ਕਹਿਣ ਲੱਗੇ ਇਹਨਾਂ ਦਾ ਪ੍ਰਤਾਪ ਦਿਨੋਂ ਦਿਨ ਵਧਣਾ, ਦਿਨੋਂ ਦਿਨ ਵਧਣਾ। ਹਾਂਜੀ, ਚਾਹੁੰ ਦਿਸ਼ ਕੇ ਨਰ ਸ਼ਰਦਾ ਧਰ ਧਰ। ਸਮਾਂ ਆਏਗਾ ਸੰਸਾਰ ਦੇ ਚਾਰੇ ਕੋਨਿਆਂ ਤੋਂ ਲੋਕ ਸ਼ਰਧਾ ਧਾਰਨ ਕਰਕੇ ਨਿਰਮਲ ਹੋਏ ਸੁਮੱਜਨ ਕਰ ਕਰ। ਇੱਥੇ ਆਇਆ ਕਰਨਗੇ, ਇਸ਼ਨਾਨ ਕਰਿਆ ਕਰਨਗੇ ਤੇ ਪਾਪ ਨਾਸ ਹੋਇਆ ਕਰਨਗੇ ਉਹਨਾਂ ਦੇ ਜੀ। ਹਾਂਜੀ, ਤੇ ਮਹਾਰਾਜ ਬਾਣੀ 'ਚ ਕਹਿੰਦੇ ਨਾ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਸਭ ਉਤਰੇ ਪਾਪ ਕਮਾ। ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕੀਨੇ ਦਾਨਾ। ਬਾਬਾ ਮੋਹਣ ਜੀ ਕਹਿਣ ਲੱਗੇ ਸਮਾਂ ਆਏਗਾ ਸੰਸਾਰ ਦੇ ਚਾਰੇ ਪਾਸਿਓਂ ਲੋਕ ਆ ਕੇ ਇੱਥੇ ਇਸ਼ਨਾਨ ਕਰਨਗੇ। ਕਹਿਣ ਲੱਗੇ ਹਾਂਜੀ, ਸ਼੍ਰੀ ਅਰਜਨ ਪੁਨ ਭਨਿਓ ਸੁਨਾਇਓ। ਗੁਰੂ ਅਰਜਨ ਦੇਵ ਮਹਾਰਾਜ ਨਾ ਅੱਗੋਂ ਪਤਾ ਕੀ ਕਹਿਣ ਲੱਗੇ ਬਾਬਾ ਮੋਹਣ ਜੀ ਨੂੰ, ਉਹ ਸੁਣਿਓ। ਹਾਂਜੀ, ਕਿਰਪਾ ਤੁਮਾਰੀ ਤੇ ਬਨ ਆਇਓ। ਕਹਿਣ ਲੱਗੇ ਜੀ ਇਹ ਸਭ ਤੁਹਾਡੇ ਵੱਡਿਆਂ ਦੀ ਕਿਰਪਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲਓ ਵੱਡੇ ਤੇ ਗੁਰੂ ਅਰਜਨ ਦੇਵ ਜੀ ਆਪ ਨੇ, ਪਰ ਦੂਜਿਆਂ ਦਾ ਕਿੰਨਾ ਸਤਿਕਾਰ ਹੈ ਜੀ। ਹਾਂਜੀ, ਭਈ ਇਕੱਤਰ ਸਕਲ ਗੁਰਬਾਨੀ। ਸਿਰਜਿਓ ਤੀਰਥ ਕਲ ਮਲ ਹਾਨੀ। ਸਾਰੀ ਬਾਣੀ ਇਕੱਠੀ ਹੋ ਕੇ ਗ੍ਰੰਥ ਸਾਹਿਬ ਬਣੇ। ਇਧਰੋਂ ਮਹਾਨ ਤੀਰਥ ਹਰਿਮੰਦਰ ਸਾਹਿਬ ਬਣਿਆ। ਕਹਿਣ ਲੱਗੇ ਬਾਬਾ ਮੋਹਣ ਜੀ ਮਾਮਾ ਜੀ ਤੁਹਾਡੀ ਕਿਰਪਾ ਹੀ ਹੈ ਸਾਰੀ। ਕਹਿਣ ਲੱਗੇ ਦੂਜੇ ਨੂੰ ਮਾਣ ਦੇਣਾ, ਸਤਿਕਾਰ ਦੇਣਾ। ਹਾਂਜੀ, ਗੁਰ ਸਿੱਖਨ ਕੋ ਭਇਓ ਆਧਾਰਾ। ਹੋਏ ਭਵਿੱਖਤ ਬਿਖੈ ਅਪਾਰਾ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਮਹਾਰਾਜ ਕਹਿੰਦੇ ਗੁਰਸਿੱਖਾਂ ਦਾ ਆਸਰਾ ਬਣੇਗਾ ਇੱਕ ਦਿਨ। ਆਸਰਾ ਬਣੇਗਾ ਭਵਿੱਖ ਦੇ ਵਿੱਚ ਵੀ ਇੱਥੇ ਗੁਰਸਿੱਖ ਬੜੇ ਆਉਣਗੇ। ਕਹਿਣ ਲੱਗੇ ਹਾਂਜੀ, ਮਿਟਹਿ ਨ ਸਿੱਖੀ ਇਨਹੋ ਅਲੰਬ। ਦਰਬਾਰ ਸਾਹਿਬ ਐਸਾ ਆਸਰਾ ਹੋਏਗਾ ਇੱਥੇ ਸਦਾ ਸਿੱਖੀ ਜਿੰਦੀ ਰਹੇਗੀ। ਕਹਿਣ ਲੱਗੇ ਸਿੱਖੀ ਦਾ ਆਸਰਾ ਇਹ ਦੋਵੇਂ ਵਸਤੂਆਂ ਹੋਣਗੀਆਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਕਹਿ ਰਹੇ, ਸ੍ਰੀ ਹਰਿਮੰਦਰ ਸਾਹਿਬ ਬਾਰੇ ਮਹਾਰਾਜ ਕਹਿ ਰਹੇ ਜੀ। ਦੋਵੇਂ ਆਸਰਾ ਨੇ ਜੀ। ਹਾਂਜੀ, ਗੁਰ ਕੋ ਮੰਨਹਿ ਸਦਾ ਕਦੰਬ। ਇਹਨਾਂ ਦੇ ਆਸਰੇ ਲੋਕ ਗੁਰੂ ਜੀ ਨੂੰ ਮੰਨਿਆ ਕਰਨਗੇ। ਕਹਿਣ ਲੱਗੇ ਹਾਂਜੀ,
ਜੋ ਨਰ ਹਿਤ ਧਰ ਸੁਨਹਿ ਸੁਨਾਵੈ। ਜਿਹੜਾ ਸਿੱਖ ਪ੍ਰੇਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣੇਗਾ ਤੇ ਜਿਹੜਾ ਪ੍ਰੇਮ ਨਾਲ ਸੁਣਾਵੇਗਾ, ਹਾਂਜੀ, ਜਨਮ ਮਰਨ ਤਿਨ ਕੋ ਛੁਟ ਜਾਵੈ। ਉਹਦਾ ਜਨਮ ਮਰਨ ਛੁੱਟ ਜਾਏਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਪਰ ਸੰਗਤ ਜੀ ਪ੍ਰੇਮ ਨਾਲ ਜੀ, ਗੱਲ ਪ੍ਰੇਮ ਨਾਲ ਬਣਨੀ ਜੇ, ਨਿਰੀਆਂ ਗੱਲਾਂ ਨਾਲ ਨਹੀਂ ਬਣਨੀ ਜੀ। ਹਾਂਜੀ। ਜੋ ਨਰ ਹਿਤ ਧਰ ਮਹਾ ਮਹਾਤਮ ਹੈ ਗੁਰਬਾਣੀ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਮੋਹਨ ਜੀ ਨੂੰ, ਗੁਰੂ ਜੀ ਦੀ ਬਾਣੀ ਦਾ ਬਹੁਤਾ ਵੱਡਾ ਮਹਾਤਮ ਹੈ। ਕਹਿਣ ਲੱਗੇ ਬਹੁਤਾ ਵੱਡਾ ਮਹਾਤਮ ਹੈ। ਹਾਂਜੀ। ਤਜਹਿ ਕਸ਼ਟ ਕੋ ਲੱਖੋ ਪ੍ਰਾਨੀ। ਗੁਰੂ ਜੀ ਦੀ ਬਾਣੀ ਪੜ੍ਹ ਕੇ ਲੱਖਾਂ ਲੋਕਾਂ ਦੇ ਕਸ਼ਟ ਜਿਹੜੇ ਆ ਮਹਾਰਾਜ ਕਹਿੰਦੇ ਉਹ ਦੂਰ ਹੋਇਆ ਕਰਨਗੇ। ਤੇ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੇ, ਇਸ ਗੱਲ ਤੇ ਭਰੋਸਾ ਰੱਖਿਓ। ਮੈਂ ਆਪਣੀ ਜ਼ਿੰਦਗੀ 'ਚ ਉਹ ਬੰਦੇ ਵੇਖੇ ਜਿਹੜੇ ਕੰਗਾਲ ਸਨ, ਜਦੋਂ ਉਹਨਾਂ ਨੇ ਪ੍ਰੇਮ ਨਾਲ ਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਨਾ ਜੀ, ਉਹ ਪਤਾ ਹੀ ਨਹੀਂ ਲੱਗਾ ਕਿਧਰੋਂ ਮਾਇਆ ਆਉਣ ਲੱਗ ਪਈ ਜੀ। ਮਾਇਆ ਨਾ ਹੋਣੀ ਹੈ ਵੀ ਤਾਂ ਦੁੱਖ ਹੈਗਾ ਨਾ ਜੀ। ਇੱਕ ਬੜੇ ਸਰੀਰਕ ਰੋਗ ਜੀ ਪ੍ਰੇਮ ਨਾਲ ਬਹਿ ਕੇ ਬਾਣੀ ਸੁਣੀ ਗਏ, ਦੂਰ ਹੋ ਗਏ। ਦੁੱਖ ਰੋਗ ਸੰਤਾਪ ਉਤਰੇ ਸੁਣੀ। ਹੁਣ ਦੱਸੋ ਇਹ ਝੂਠ ਲਿਖਿਆ ਜੀ ਗੁਰੂ ਅਮਰਦਾਸ ਜੀ ਨੇ? ਹਾਂਜੀ, ਝੂਠ ਤਾਂ ਨਹੀਂ ਹੈਗਾ ਜੀ, ਸਾਨੂੰ ਨਹੀਂ ਭਰੋਸਾ ਹੈਗਾ ਜੀ। ਹਾਂਜੀ। ਸੁਨ ਗੁਰਮੁਖ ਤੇ ਹਰਖੇ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਇਹ ਗੱਲ ਸੁਣ ਕੇ ਸਾਰੇ ਹੀ ਖੁਸ਼ ਹੋ ਗਏ ਜੀ। ਐਡੀ ਵੱਡੀ ਬਾਣੀ ਜੀ। ਹਾਂਜੀ। ਕਰੇ ਸਰਾਹਨ ਸੁਜਸ ਉਚਾਰੇ। ਸਾਰੇ ਮਹਾਰਾਜ ਨੂੰ ਧੰਨ ਧੰਨ ਹੀ ਕਹਿਣ ਲੱਗ ਪਏ। ਸੱਚੇ ਪਾਤਸ਼ਾਹ ਤੁਸੀਂ ਧੰਨ ਹੋ। ਲਓ ਤੁਸੀਂ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਧੰਨ ਧੰਨ ਕਹੋ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ। ਜਾਮ ਦਿਵਸ ਤਹ ਬੈਠੇ ਆਇਓ। ਫਿਰ ਇੱਕ ਪੈਰ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਬੈਠੇ ਰਹੇ ਆ, ਦੀਵਾਨ ਸੱਜਿਆ। ਇੱਕ ਪੈਰ ਦੀਵਾਨ ਸੱਜਣ ਤੋਂ ਬਾਅਦ ਮਹਾਰਾਜ ਗੁਰੂ ਕੇ ਮਹਿਲ ਵਾਪਸ ਆ ਗਏ ਜੀ। ਹਾਂਜੀ। ਪੁੰਨ ਸਭ ਹਿਨ ਤਹ ਸੀਸ ਨਿਵਾਇਓ। ਸਾਰਿਆਂ ਨੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਗੁਰੂ ਅਰਜਨ ਸਾਹਿਬ ਨੂੰ ਮਹਾਰਾਜ ਉੱਠ ਕੇ ਚੱਲੇ, ਤੁਸੀਂ ਵੀ ਨਮਸਕਾਰ ਕਰੋ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਉਠ ਗਮਨੇ ਪਰ ਦਛਲਾ ਧਾਰੇ। ਉੱਠ ਕੇ ਮਹਾਰਾਜ ਨੇ ਪਰਿਕਰਮਾ ਕੀਤੀਆਂ ਦਰਬਾਰ ਸਾਹਿਬ ਦੀਆਂ ਜੀ। ਹਾਂਜੀ। ਲੀਨੇ ਸੰਗ ਆਪਨੇ ਸਾਰੇ। ਸਾਰਿਆਂ ਨੂੰ ਨਾਲ ਲਿਆ ਜੀ। ਸਾਰੇ ਸਤਿਕਾਰਯੋਗ ਬਾਬਾ ਜੀ, ਬਾਬਾ ਬੁੱਢਾ ਜੀ, ਬਾਬਾ ਮੋਹਨ ਜੀ, ਬਾਬਾ ਦਾਤੂ ਜੀ, ਬਾਬਾ ਮੋਹਰੀ ਜੀ, ਮਹਾਰਾਜ ਦੇ ਪੋਤਰੇ ਗੁਰੂ ਅਮਰਦਾਸ ਜੀ ਦੇ। ਹਾਂਜੀ। ਬਹੁਰੋ ਵਹਿਰ ਪਰਿਕਰਮਾ ਫਿਰੇ। ਪਹਿਲਾਂ ਅੰਦਰ ਦੀ ਪਰਿਕਰਮਾ ਕੀਤੀ ਜੀ। 2 ਪਰਿਕਰਮਾਵਾਂ ਨੇ ਦਰਬਾਰ ਸਾਹਿਬ 'ਚ। ਫਿਰ ਸੁਣਿਓ ਕਿੰਨੀਆਂ ਪਰਿਕਰਮਾ ਨੇ? 2। ਅੰਦਰ ਦੀ ਕਿਹੜੀ ਪਰਿਕਰਮਾ? ਅੰਦਰ ਦੀ ਹੈ। ਹੁਣ ਅੱਜ ਜੰਗਲੇ ਲੱਗੇ ਹੋਏ ਆ, ਉਦੋਂ ਜੰਗਲੇ ਨਹੀਂ ਸੀ ਲੱਗੇ, ਉਦੋਂ ਅੰਦਰ ਦੀ ਪਰਿਕਰਮਾ ਹੁੰਦੀ ਸੀਗੀ ਜੀ। ਔਰ ਤੋਂ ਬਾਅਦ ਪੁੱਲ ਤੇ ਤੁਰਨਾ ਤੇ ਫਿਰ ਬਾਹਰ ਦੀ ਪਰਿਕਰਮਾ ਕੀਤੀ ਮਹਾਰਾਜ ਨੇ। ਸਰੋਵਰ ਇੱਕ ਹੈ ਦਰਬਾਰ ਸਾਹਿਬ ਦੀ ਪਰਿਕਰਮਾ, ਇੱਕ ਹੈ ਸਰੋਵਰ ਦੀ ਪਰਿਕਰਮਾ ਜੀ। 2 ਪਰਿਕਰਮਾਵਾਂ ਨੇ। ਮਹਾਰਾਜ ਨੇ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ, ਫਿਰ ਸਤਿਗੁਰੂ ਜੀ ਨੇ ਸਰੋਵਰ ਦੀ ਪਰਿਕਰਮਾ ਕੀਤੀ ਜੀ। ਹਾਂਜੀ। ਪੌਰ ਦਰਸ਼ਨੀ ਬੰਧਨ ਕਰੇ। ਫਿਰ ਬਹੁਰੋ ਵਹਿਰ ਪਰਿਕਰਮਾ ਫਿਰੇ, ਪੌਰ ਦਰਸ਼ਨੀ ਬੰਧਨ ਕਰੇ। ਮਹਾਰਾਜ ਫਿਰ ਦਰਸ਼ਨੀ ਦਰਵਾਜ਼ੇ ਤੇ ਮੱਥਾ ਟੇਕਿਆ। ਤਹ ਤੇ ਚੱਲ ਨਿਜ ਘਰ ਕੋ ਆਏ। ਉਥੋਂ ਫਿਰ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਆ ਗਏ ਸੱਚੇ ਪਾਤਸ਼ਾਹ। ਹਾਂਜੀ। ਮੋਹਨ ਆਦ ਸੰਗ ਸਮੁਦਾਇ। ਬਾਬਾ ਮੋਹਨ ਜੀ ਮੁਖੀ ਨੇ, ਉਹ ਵੀ ਨਾਲ ਨੇ ਜੀ। ਵੱਡੀ ਉਮਰ ਹੋ ਗਈ ਹੈ ਜੀ ਉਹਨਾਂ ਦੀ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਜੀ ਦੇ ਵੱਡੇ ਮਾਮਾ ਜੀ ਨੇ। ਹਾਂਜੀ। ਥਾਨ ਬੈਠ ਬੇ ਕੋ ਤਹ ਗਏ। ਹਾਂਜੀ। ਸਰਬ ਜਥੋ ਚਿਤ ਥਲ ਥਿਰ ਭਏ। ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਜਿੱਥੇ ਜਿਹਦਾ ਆਸਣ ਸੀਗਾ, ਸਾਰੇ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ ਜੀ। ਹਾਂਜੀ।
ਬਹੁ ਸਵਾਦਨ ਜੁਤ ਬਨਿਓ ਆਹਾਰਾ। ਉਧਰ ਮਾਤਾ ਗੰਗਾ ਜੀ ਨੇ, ਕਿਉਂ ਕੱਲ ਹੀ ਤੇ ਆਏ ਆ ਜੇ ਵਿਆਹ ਤੋਂ, ਤੇ ਮਾਤਾ ਗੰਗਾ ਜੀ ਨੇ ਸਾਰਿਆਂ ਵਾਸਤੇ ਬਹੁਤਾ ਹੀ ਸਵਾਦੀ ਪ੍ਰਸ਼ਾਦਾ ਤਿਆਰ ਕੀਤਾ ਜੀ। ਹਾਂਜੀ, ਧਰ ਧਰ ਥਾਰ ਸਭਨ ਕਹੁ ਖਵਾਰਾ। ਥਾਲ ਭਰ ਭਰ ਕੇ ਤੇ ਸਭਨਾਂ ਦੇ ਅੱਗੇ ਥਾਲ ਰੱਖ ਕੇ ਬੜੇ ਪ੍ਰੇਮ ਨਾਲ ਪ੍ਰਸ਼ਾਦੇ ਦੀ ਸੇਵਾ ਕੀਤੀ ਜੀ। ਹਾਂਜੀ, ਕ੍ਰਿਸ਼ਨ ਚੰਦ ਆਦਿਕ ਤ੍ਰਿਪਤਾਏ। ਬਾਬਾ ਜੀ, ਬਾਬਾ ਕ੍ਰਿਸ਼ਨ ਚੰਦ ਜੀ ਗੁਰੂ ਅਰਜਨ ਦੇਵ ਜੀ ਦੇ ਸਹੁਰਾ ਜੀ ਨੇ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਨਾਨਾ ਜੀ, ਉਹਨਾਂ ਵੀ ਰੱਜ ਕੇ ਛਕਿਆ। ਮਹਾਦੇਵ ਪੁਨ ਚਲ ਕਰ ਆਏ। ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਬਾਬਾ ਮਹਾਦੇਵ ਜੀ, ਉਹ ਵੀ ਆਏ, ਉਹਨਾਂ ਵੀ ਰੱਜ ਕੇ ਛਕਿਆ। ਮਿਲ ਬੈਠੇ ਸਗਰੇ ਇੱਕ ਥਾਨਾ। ਸਾਰਿਆਂ ਨੇ ਰੱਜ ਕੇ ਪ੍ਰਸ਼ਾਦਾ ਛਕਿਆ, ਫਿਰ ਸਾਰੇ ਇਕੱਠੇ ਹੋ ਕੇ ਬੈਠੇ ਜੀ। ਹਾਂਜੀ, ਕਰਹਿ ਪਰਸਪਰ ਬਾਕ ਬਖਾਨਾ। ਤੇ ਫਿਰ ਨਾ ਸਾਰੀ ਸੰਗਤ ਇਕੱਠੀ ਹੋ ਕੇ ਬਚਨ ਕਰਦੀ ਹੈ। ਹਾਂਜੀ, ਪ੍ਰਿਥੀਏ ਕਹਾਂ ਕਰਿਓ ਨਹਿ ਆਇਓ। ਕਹਿੰਦੇ ਪ੍ਰਿਥੀਏ ਨੇ ਇਹ ਕੀ ਕੀਤਾ, ਗੱਜ ਕੇ ਆਖੋ ਵਾਹਿਗੁਰੂ। ਪ੍ਰਿਥੀਏ ਨੇ ਕੀ ਕੀਤਾ? ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ 'ਚ ਨਹੀਂ ਆਇਆ, ਸੱਦਾ ਵੀ ਗਿਆ ਤਾਂ ਵੀ ਨਹੀਂ ਆਇਆ। ਇਹ ਕੀ ਕੀਤਾ ਪ੍ਰਿਥੀਏ ਨੇ? ਹਾਂਜੀ, ਕਿਉਂ ਦੁੱਖ ਪਾਏ ਵਿਰੋਧ ਉਠਾਇਓ। ਕਿਉਂ ਮਹਾਰਾਜ ਦੀ ਵਿਰੋਧਤਾ ਕਰਦਾ ਉਹ? ਕਿਉਂ ਦੁੱਖ ਪਾਉਂਦਾ? ਸੰਗਤ ਜੀ, ਇਹ ਵਿਰੋਧੀ ਸ਼ੁਰੂ ਤੋਂ ਹੀ ਰਹੇ ਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜੇ ਵਿਰੋਧੀ ਹੈ ਨਾ, ਵਿਰੋਧੀ, ਇਹ ਸ਼ੁਰੂ ਤੋਂ ਹੀ ਰਹੇ ਆ ਜੀ। ਗੁਰੂਆਂ ਦੇ ਰਹੇ ਆ ਤੇ ਅਸੀਂ ਤਾਂ ਚੀਜ਼ ਹੀ ਨਹੀਂ ਕੋਈ ਹੈਗੇ ਜੀ। ਹਾਂਜੀ, ਸ਼੍ਰੀ ਗੁਰ ਰਾਮਦਾਸ ਕੇ ਹਾਥ। ਦੇ ਗੁਰ ਤਾਕੋ ਕਰਿਓ ਸਨਾਥ। ਸੰਗਤ ਆਪਸ ਵਿੱਚ ਬਚਨ ਕਰਦੀ ਵੀ ਗੁਰੂ ਰਾਮਦਾਸ ਜੀ ਨੇ ਆਪਣੇ ਹੱਥੀਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਜੀ। ਜਾਂ ਤਾਂ ਹੋਵੇ ਨਾ ਪਿੱਛੋਂ ਧੱਕੇ ਨਾ ਲਈ, ਨਹੀਂ, ਆਪਣੇ ਹੱਥੀਂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਇਹਨਾਂ ਨੂੰ। ਹਾਂਜੀ, ਅਪਰ ਜਤਨ ਤੇ ਕਿਉਂ ਹੂੰ ਨਾ ਪਾਵੈ। ਕੋਈ ਹੋਰ ਇਹ ਬਖਸ਼ਿਸ਼ ਹਾਸਲ ਕਰਨ ਦੀ ਕੋਸ਼ਿਸ਼ ਕਰੇ ਯਤਨਾਂ ਦੇ ਨਾਲ, ਤੇ ਉਹਨੂੰ ਥੋੜੀ ਇਹ ਸਾਰਾ ਕੁਝ ਮਿਲਣਾ ਜੀ। ਹਾਂਜੀ, ਕਿਉਂ ਅਬ ਲਗ ਵੱਡ ਕਪਟ ਕਮਾਵੈ। ਆਪਣੇ ਆਪ ਨੂੰ ਵੱਡਾ ਸਮਝ ਕੇ ਤੇ ਬਾਬਾ ਪ੍ਰਿਥੀਆ ਪਤਾ ਨਹੀਂ ਕਿਉਂ ਛਲ ਕਰੀ ਜਾਂਦਾ, ਕਿਉਂ ਕਪਟ ਕਰਦਾ ਇੰਨਾ। ਹਾਂਜੀ, ਅਬ ਕੇ ਵਿਛੜਿਓ ਮਿਲਹਿ ਨਾ ਕੈਸੇ। ਤੇ ਕਹਿਣ ਲੱਗੇ ਵੀ ਹੁਣ ਤਾਂ ਇਹ ਗੁਰੂ ਜੀ ਤੋਂ ਵਿਛੜਿਆ, ਪਤਾ ਨਹੀਂ ਮਿਲਣਾ ਵੀ ਹੈ ਕਿ ਨਹੀਂ ਬਾਅਦ ਚੋਂ ਮਿਲਣਾ ਜੀ। ਲੋਕੀ ਆਪਸ 'ਚ ਅੰਦਾਜ਼ਾ ਲਾ ਲਾ ਗੱਲਾਂ ਕਰਦੇ ਆ। ਹਾਂਜੀ, ਆਗੈ ਸੰਤਤ ਰਹਿ ਹੈ ਤੈਸੇ। ਬਾਅਦ ਵਿੱਚ ਪਤਾ ਨਹੀਂ ਔਲਾਦ ਵੀ ਮਿਲੂਗੀ ਗੁਰੂ ਘਰ ਨਾਲ ਕਿ ਨਹੀਂ ਮਿਲੇਗੀ ਜੀ। ਹਾਂਜੀ, ਨਹਿ ਕੁਛ ਸਮਝੀ ਭਾ ਮਤ ਮੰਦ। ਕੋਈ ਸਮਝ ਨਹੀਂ ਆਈ, ਪਰ ਸੰਗਤ ਇੱਕ ਗੱਲ ਕਹਿ ਰਹੀ ਵੀ ਬਾਬਾ ਪ੍ਰਿਥੀਆ ਜੀ ਦੀ ਮੱਤ ਜਿਹੜੀ ਹੈ ਨਾ, ਏਡੀ ਵਧੀਆ ਨਹੀਂ ਹੈਗੀ, ਕਹਿਣ ਲੱਗੇ। ਹਾਂਜੀ, ਮਿਲਿਓ ਨਾ ਐਸੇ ਕਾਜ ਬਿਲੰਦ। ਚਲੋ ਏਡਾ ਵੱਡਾ ਕਾਰਜ ਸੀ, ਆ ਜਾਂਦੇ, ਮਹਾਰਾਜ ਨੇ ਸੱਦਾ ਭੇਜਿਆ ਸੀ। ਹਾਂਜੀ, ਸ਼੍ਰੀ ਅਰਜਨ ਸਭ ਸਾਥ ਵਾਹ ਵਾਹ। ਬਖਾਨੀ। ਮਹਾਰਾਜ ਗੁਰੂ ਅਰਜਨ ਸਾਹਿਬ ਬਚਨ ਕਰਨ ਲੱਗੇ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ, ਅਗ ਕੋ ਕਰਤ ਰਹਿਓ ਛਲ ਛਾਨੀ। ਮਹਾਰਾਜ ਕਹਿਣ ਲੱਗੇ ਉਹ ਸ਼ੁਰੂ ਤੋਂ ਸਾਡੇ ਨਾਲ ਛਲ ਹੀ ਕਰਦੇ ਰਹੇ ਆ, ਕਹਿਣ ਲੱਗੇ ਪਾਪ ਹੀ ਕਰਦੇ ਰਹੇ ਆ। ਇਹੋ ਹੀ ਕਹਿੰਦੇ ਰਹੇ ਆ ਵੀ ਮੈਂ ਵੱਡਾ, ਸਾਡੀ ਵੱਡੀ ਵਡਿਆਈ ਹੋਣੀ ਚਾਹੀਦੀ ਹੈ। ਹਾਂਜੀ, ਗੁਰ ਹਰ ਗੋਬਿੰਦ ਕੇ ਮਾਰਨ ਕਾਰਨ। ਉਹਨਾਂ ਤੇ ਸਾਡੇ ਪੁੱਤਰ ਨੂੰ ਵੀ ਮਾਰਨ ਦੇ ਯਤਨ ਕੀਤੇ, ਮਹਾਰਾਜ ਕਹਿਣ ਲੱਗੇ। ਹਾਂਜੀ, ਕਰੇ ਅਨਿਕ ਕੀਏ ਗੁਰੂ ਉਬਾਰਨ। ਯਤਨ ਤੇ ਬੜੇ ਕੀਤੇ, ਪਰ ਸਾਡੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਹਰ ਵਾਰ ਬਚਾ ਲੈਂਦੇ ਰਹੇ, ਮਹਾਰਾਜ ਕਹਿੰਦੇ। ਹਾਂਜੀ, ਤਉ ਬੇਨਤੀ ਹਮਨੇ ਕੀ। ਫਿਰ ਵੀ ਮਹਾਰਾਜ ਕਹਿਣ ਲੱਗੇ ਅਸੀਂ ਆਪਣਾ ਫਰਜ਼ ਨਿਭਾਇਆ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਆ ਜਾਓ। ਹਾਂਜੀ, ਨਹਿ ਮਾਨਿਓ ਮਨ ਮਹਾ ਮਲੀਨ। ਪਰ ਉਹ ਮੰਨੇ ਨਹੀਂ ਜੀ, ਮਨ 'ਚ ਮੈਲ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ, ਤੁਰਕਨ ਪਾਸ ਪੁਕਾਰੂ ਗਇਓ। ਕੁਛ ਨਾ ਬਸਾਏ ਤਾਂ ਬੈਠਤ ਭਇਓ। ਮਹਾਰਾਜ ਕਹਿਣ ਲੱਗੇ ਕਰੀ ਪਹਿਲਾਂ ਵੀ ਤੁਰਕਾਂ ਦੇ ਕੋਲ ਜਾ ਕੇ ਸਾਡੇ ਖਿਲਾਫ ਸ਼ਿਕਾਇਤ ਕੀਤੀ, ਪਰ ਵਸ ਨਹੀਂ ਚੱਲਿਆ, ਕਹਿਣ ਲੱਗੇ ਕੋਈ ਵਸ ਨਹੀਂ ਚੱਲਿਆ, ਗੱਲ ਨਹੀਂ ਬਣੀ ਜੀ। ਹਾਂਜੀ, ਲਿਖ ਅਰਦਾਸ ਪਠਿਓ ਪਕਵਾਨ। ਮਹਾਰਾਜ ਕਹਿਣ ਲੱਗੇ ਅਸੀਂ ਤੇ ਮਠਿਆਈ ਵੀ ਭੇਜੀ, ਚਿੱਠੀ ਵੀ ਭੇਜੀ ਸੀ ਵੀ ਆਓ ਵਿਆਹ 'ਚ।
ਹਾਂਜੀ, ਭਿਖ ਕਹਿ ਕਰਉ ਪ੍ਰਾਨ ਤਿਨ ਹਾਨ। ਪਰ ਉਹ ਤੇ ਸਾਨੂੰ ਹੀ ਮਾਰਨ ਦੀਆਂ ਗੱਲਾਂ ਕਰਨ ਲੱਗ ਪਏ। ਹਾਂਜੀ, ਅਬ ਤੇ ਹਮਨੇ ਤਿਆਗਨ ਕਰਿਓ। ਇਸ ਕਰਕੇ ਮਹਾਰਾਜ ਕਹਿੰਦੇ ਹੁਣ ਅੱਜ ਤੋਂ ਨਾ ਸੰਗਤ ਨੂੰ ਦੱਸ ਦਿੰਦੇ ਆ, ਅਸੀਂ ਬਾਬਾ ਪ੍ਰਿਥੀਆ ਜੀ ਨੂੰ ਛੱਡ ਦਿੱਤਾ ਕਹਿਣ ਲੱਗੇ। ਛੱਡ ਦਿੱਤਾ ਕਹਿਣ ਲੱਗੇ। ਇੰਨਾ ਛਲ ਕਪਟ। ਹਾਂਜੀ, ਮਿਲਿਓ ਨਾ ਮਰਨੇ ਪਰਨੇ ਬਰਿਓ। ਹਾਂ, ਮਹਾਰਾਜ ਕਹਿਣ ਲੱਗੇ ਮਿਲਿਆ ਹੀ ਨਹੀਂ, ਮਰਨ ਮਾਰਨ ਦੇ ਤੁੱਲ ਹੋ ਗਿਆ। ਮਹਾਰਾਜ ਕਹਿਣ ਲੱਗੇ ਸਾਡੇ ਲਈ ਖਤਮ ਨੇ ਕਹਿਣ ਲੱਗੇ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾ ਆਪਣੇ ਮੁਖੋਂ ਕਹੀ ਜੀ, ਮੁਖੋਂ ਜੀ। ਹਾਂਜੀ, ਸੁਨ ਕੋ ਕਰਮ ਕੋ ਸਗਰੇ ਨਿੰਦਾ ਹੈ। ਸਾਰਿਆਂ ਨੇ ਨਿੰਦਿਆ ਕੀਤੀ ਵੀ ਠੀਕ ਹੈ ਬਾਬਾ ਪ੍ਰਿਥੀਆ ਵੱਡਾ ਭਰਾ ਹੈ, ਪਰ ਵੱਡੇ ਤੇ ਗੁਰੂ ਅਰਜਨ ਦੇਵ ਜੀ ਹੈ ਨਾ। ਜਿਹਨੂੰ ਰੱਬ ਵੱਡਾ ਕਰੇ ਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ। ਵੱਡਾ ਕੌਣ ਹੈ? ਜਿਹਨੂੰ ਰੱਬ ਵੱਡਾ ਕਰੇ ਜੀ। ਹਾਂਜੀ, ਕੋਈ ਉਮਰ ਕਰਕੇ ਵੱਡਾ ਨਹੀਂ ਹੁੰਦਾ ਜੀ। ਸਾਰਿਆਂ ਨੇ ਨਿੰਦਿਆ ਕੀਤੀ ਜੀ ਇਹਨਾਂ ਦੀ। ਸੰਗਤ ਦੀ ਕਚਹਿਰੀ ਹਮੇਸ਼ਾ ਸੱਚੀ ਹੁੰਦੀ ਹੈ। ਸੰਗਤ ਨੇ ਆਖਿਆ ਵੀ ਗਲਤ ਕੀਤਾ ਇਹਨਾਂ ਨੇ। ਹਾਂਜੀ, ਕਪਟੀ ਕ੍ਰੋਧੀ ਕਲ ਹੀ ਬਿੰਦਾ ਹੈ। ਤੇ ਕ੍ਰੋਧੀ ਨੇ, ਕਪਟੀ ਨੇ ਕਲੇਸ਼ ਹੀ ਕਰਦੇ ਰਹਿੰਦੇ ਆ ਸਦਾ। ਹਾਂਜੀ, ਇਤਿਆਦਿਕ ਬਹੁ ਬਾਤਨ ਕਰਤੇ। ਇਸ ਤਰੀਕੇ ਨਾਲ ਸੰਗਤਾਂ ਗੱਲਾਂ ਕਰ ਰਹੀਆਂ, ਬਚਨ ਕਰ ਰਹੀਆਂ ਹਨ। ਸ਼੍ਰੀ ਅਰਜਨ ਕੋ ਸੋ ਜਸ ਉਚਰਤੇ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੀਆਂ ਨੇ ਜੀ। ਵੀ ਗੁਰੂ ਅਰਜਨ ਦੇਵ ਜੀ ਵੱਡੇ ਨੇ, ਇਹਨਾਂ ਦੀ ਵੱਡੀ ਵਡਿਆਈ ਹੈ, ਇਹਨਾਂ ਅੱਗੇ ਕੁੱਲ ਦੁਨੀਆ ਝੁਕਦੀ ਹੈ। ਪ੍ਰਿਥੀਆ ਬਾਬਾ ਜੋ ਕਰਦਾ ਕਰੇ, ਪਰ ਵੱਡੇ ਤੇ ਗੁਰੂ ਅਰਜਨ ਦੇਵ ਜੀ ਨੇ। ਸ਼ਾਂਤ ਸਰੂਪ ਨੇ। ਸੋਇਰੇ ਤੋਂ ਅੱਗੇ ਸੰਗਤ ਦੀ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇਹ ਗੱਲਾਂ ਨਾ ਜੀ ਸ਼ੁਰੂ ਤੋਂ ਹੀ ਚੱਲਦੀਆਂ ਰਹੀਆਂ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੇਲੇ ਵੀ ਇਹ ਗੱਲਾਂ ਹੋਈਆਂ। ਸੋ ਸੱਚੇ ਪਾਤਸ਼ਾਹ ਮਿਹਰਾਂ ਕਰਨ। ਆਪਾਂ ਕਿਹਦੇ ਨਾਲ ਜੁੜਨਾ ਜੀ? ਆਪਾਂ ਗੁਰੂ ਜੀ ਦੀ ਸਿਫਤ ਨਾਲ ਜੁੜਨਾ, ਗੁਰੂ ਜੀ ਦੀ ਵਡਿਆਈ ਨਾਲ ਜੁੜਨਾ, ਨਾਮ ਨਾਲ ਜੁੜਨਾ ਜੀ। ਸੋ ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਜੀ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਪੂਰਾ ਮਨੋਂ ਆਖਣਾ, ਹੋਣੀ ਤੇ ਮੌਕਾ ਮਿਲਿਆ ਪ੍ਰੇਮ ਨਾਲ। ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ।
ਸੱਚੇ ਪਾਤਸ਼ਾਹ ਮੇਰਾ ਕਰਨ ਸਾਰਿਆਂ ਦਾ ਆਇਆ ਗੁਰੂ ਜੀ ਸਫਲਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ।